कर का सा कर का सा कर का सा दर्शन की मैं धर्मागत नीता नीत तो दर्शन की करो समाए तो दर्शन की करो समाए मैं धर्मागत पीछे आ पाए मैं धर्मागत पीछे आ पाए मांग गोविंद ते ऐसी मांग गोविंद ते ऐसी मांग संतन की संग साधु का टहल संतन की संग साधु का हर नाम जप परम गते हर नाम जप
संतन की संग साधु का टहल संतन की संग साधु का हर नाम जप परम गति हर नाम जप परम गति ऐसी मांग गोविंद से ऐसी मांग गोविंद से ऐसी मांग गोविंद से ऐसी मांग गोविंद से ਕਿਹੜੀ ਮੰਗ ਹੈ ਕਿਹੜੀ ਮੰਗ ਜਿਹਦੇ ਨਾਲ ਸਾਡਾ ਜੀਵਨ ਬਦਲ ਜਾਏ ਕਹੇ ਸੰਤਨ ਕੀ ਸੰਗ साधु का टूटे बंधन जास के हुआ साधु संग जो रत्ते रंग एक दे नानक गूड़ा रंग पर ਜਿਹੜੇ ਇੱਕ ਦੇ ਨਾਲ ਲੱਗ ਗਏ ਜਿਹੜੇ ਪੰਜਾਂ ਨਾਲ ਸੱਤਾਂ ਨਾਲ ਹਜ਼ਾਰਾਂ ਨਾਲ ਲੱਗੇ ਉਹ ਫਿਰ ਵੰਡੇ ਗਏ ਟੁੱਟ ਗਏ सफल होते दुर्लभ दे सफल होता कभी मानस जन्म दुर्लभ होए ना बारंबार होए ना बारंबार न बारंबार सफल होते दुर्लभ दे सफल होत है दुर्लभ दे झाको सतगुर मैं करे जाको सत गुर मया करे जाको सतगुर मया करे जाको सतगुर मया करे
अज्ञान परम बिन से दुख डेरा, अज्ञान परम बिन से दुख डेरा, अज्ञान परम अज्ञान परम बिन से दुख डेरा, जाके हृदय बसे गुर पैरा, जाके हृदय जाके हृदय बसे गुर पैरा, जाके हृदय बसे गुर पैरा, जाके हृदय बसे गुर पैरा, ऐसी मांग गोविंद से, ऐसी मांग गोविंद से, ऐसी मांग गोविंद से, ऐसी मांग गोविंद से। ਜਦੋਂ ਗੁਰੂ ਨਾਨਕ ਸਾਹਿਬ ਪਹਿਲੀ ਉਦਾਸੀ ਤੋਂ ਬਾਅਦ ਆਨੰਦਪੁਰ ਤੋਂ ਆਨੰਦਾਂ ਦੀ ਪੁਰੀ ਤੋਂ ਉਸ ਰਸਤੇ ਨੂੰ ਜਾ ਰਹੇ ਨੇ ਜਿੱਥੇ ਪੀਰ ਭੀਖਣ ਸ਼ਾਹ ਬੜੇ ਜਨਮਾਂ ਦੀ ਤਪੱਸਿਆ ਤੇ ਮੰਗ ਵਿੱਚ ਤਾਂਗ ਹੈ ਅਕਾਲ ਪੁਰਖ ਦੇ ਦਰਸ਼ਨਾਂ ਦੀ। ਸੋਚਦੇ ਨੇ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਏ ਚਿਤ, ਉਹ ਜਿਸ ਦਿਨ ਵਿਸਰੇ ਪਾਰ ਬ੍ਰਹਮ ਫਿੱਟ ਪੁਲੇ ਰੀਰ, ਉਹ ਰੁੱਤ ਉਹ ਦਿਨ ਸਾਡੇ ਵਾਸਤੇ ਨਿਕੰਮਾ ਹੈ ਜਿਸ ਦਿਨ ਅਸੀਂ ਗੁਰੂ ਨੂੰ ਯਾਦ ਨਾ ਕਰੀਏ। ਪਰ ਉਹਨਾਂ ਦਾ ਬਹੁਤ ਤਪ ਤੇ ਬਹੁਤ ਬੰਦਗੀ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਜਿਹਦੇ ਡੇਰੇ ਵੱਲ ਨੂੰ ਕਦਮ ਰੱਖੇ ਉਸ ਨੂੰ ਜਾ ਰਹੇ ਤਾਂ ਉਹਨਾਂ ਨੂੰ ਅੰਤਰ ਧਿਆਨ ਬਿਰਤੀ ਨਾਲ ਪਤਾ ਚੱਲ ਗਿਆ ਅਕਾਲ ਪੁਰਖ ਦੀ ਜੋਤ ਦੇ ਦਰਸ਼ਨ ਹੋਣ ਜਾ ਰਹੇ ਨੇ। ਸਾਡੇ ਵਾਸਤੇ ਇੱਕ ਸੇਧ ਹੈ ਉਹ ਕੀ ਕਿ ਜਿਹੜਾ ਮਨ ਹੰਕਾਰਿਆ ਹੁੰਦਾ ਨਾ ਰਿੱਧੀਆਂ ਸਿੱਧੀਆਂ ਰਿੱਧ ਸਿੱਧ ਸਭ ਭਗਤਾਂ ਚਰਨੀ ਲੱਗੀ। ਸਭ ਕੁਝ ਸਾਨੂੰ ਅਕਾਲ ਪੁਰਖ ਤੋਂ ਹੀ ਮਿਲਿਆ, ਪਰ ਮਨ ਵਿੱਚ ਬੰਦਾ ਸੋਚਦਾ ਕਿ ਮੇਰੇ ਕੋਲ ਸਭ ਕੁਝ ਹੈ, ਸਾਰੀ ਪ੍ਰਾਪਤੀ ਹੈ, ਮੈਂ ਸਭ ਕੁਝ ਕਰ ਸਕਦਾ। ਇਹੀ ਭੀਖਣ ਸ਼ਾਹ ਉਹਨਾਂ ਦੇ ਮਨ ਵਿੱਚ ਵੀ ਸੀ ਕਿ ਮੇਰੇ ਤੇ ਸ਼ੇਰ ਬੱਕਰੀਆਂ ਚਰਾ ਕੇ ਲਿਆਂਦੇ ਨੇ, ਇੱਕ ਝਵੱਚੇ ਥੱਲੇ ਆ ਕੇ ਖੜ ਕੇ ਦੁੱਧ ਦੇ ਦਿੰਦੇ ਨੇ ਤੇ ਇਹ ਦੁੱਧ ਸੰਗਤਾਂ ਨੂੰ ਡੇਰੇ 'ਚ ਜੋ ਵੀ ਆਂਦਾ ਸੀ ਸਭ ਨੂੰ ਛਕਾਇਆ ਜਾਂਦਾ ਸੀ। ਕਾਫੀ ਜ਼ਿਆਦਾ ਇੱਜੜ ਜਿਹਨੂੰ ਆਪਾਂ ਕਹਿ ਲੈਂਦੇ ਆ ਵੀ ਕਾਫੀ ਬੱਕਰੀਆਂ ਭੇਡਾਂ ਉਹਨਾਂ ਕੋਲ ਸੀ, ਪਰ ਮਨ 'ਚ ਪਿਆਰ ਗੁਰੂ ਦੀ ਤਾਂਘ ਦੇ ਦਰਸ਼ਨ ਹਮੇਸ਼ਾ ਬਣੇ ਰਹੇ। ਗੁਰੂ ਨਾਨਕ ਸਾਹਿਬ ਜਦੋਂ ਪਹਿਲੀ ਵਾਰੀ ਉਦਾਸੀ ਦੇ ਬਾਅਦ ਉੱਥੇ ਗਏ ਤਾਂ ਮਨ ਵਿੱਚ ਦਰਸ਼ਨ ਕਰਕੇ ਹੰਕਾਰ ਆ ਗਿਆ
भी मेरा तप बहुत है, कई जन्मां का तप है मेरा। गुरु नानक साहब नूं छन्ना दुध दा मर्दाना जी दे नाल भेंट कीता तां जानी जान दिला दे मालक ने वचन किया, नहीं इस जन्म ने 6वें जामे छकांगे तुहाडे कोल, ये मेल 6वें जामे च होएगा। मन हंकारिया सी, हाथ जुड़ गए, घुटनिया भार, गोडिया भार बैठ गए। आख्या बख्शिश करो, इतने तो श्वास भी नहीं है। कहने लगे नहीं, 6वें जामे च तुहाडे गुरु नानक पातशाह ने कहा 6वें जामे च दुध पियांगे तुहाडा। थोड़ी वार्तालाप हुई, चले गए। कुछ क्षण, कुछ मिनट, कुछ घड़ियां बैठे, क्योंकि हंकारिया मन, तपदा मन, जिथे संतोख ना होवे उत्थे गुरमुख की बिरती टिकदी नहीं। तो 6वें जामे च भाई गुरदित्ता जी नाल फिर जरूर दर्शन होए। साध संग रंग प्रभु ते आया, 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 कहो नानक तिन पूरा पाया, कहो नानक तिन पूरा पाया,
ਨਾਮ ਜਪ, ਹਰ ਨਾਮ ਜਪ ਪਰਮ ਗਤੇ, ਹਰ ਨਾਮ ਜਪ ਪਰਮ ਗਤੇ, ਸਤਿਨਾਮ ਸ੍ਰੀ ਵਾਹਿਗੁਰੂ, ਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ, ਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, साधु का टहल संतन की का, हर नाम जप परम गते, हर नाम जप परम गते, हर नाम जप परम गते, हर नाम ऐसी मांग गोविंद ते, ऐसी मांग गोविंद ते, ऐसी मांग गोविंद ते, ऐसी मांग, ऐसी मांग गोविंद ते, 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 ਕਹਿੰਦੇ ਭੀਖਨ ਸ਼ਾਹ ਜੀ ਕਹਿੰਦੇ ਬਹੁਤ ਵੱਡਾ ਸਮਾਂ ਦੇ ਦਿੱਤਾ ਮਹਾਰਾਜ, ਕਿਰਪਾ ਕਰੋ दस ਸਾਹਿਬਾਨ ਗੁਰੂ ਸਾਹਿਬਾਨ, ਦਸਾਂ ਦੀ ਜੋਤ ਇੱਕ, ਤੇ ਟੋਟਲ ਸਮਾਂ ਜਿਹੜੀ 10 ਗੁਰਗੱਦੀ ਮਿਲੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ, ਤੇ 240 ਸਾਲ ਲੱਗੇ ਸਾਨੂੰ, ਜ਼ਿਆਦਾ ਜੀਵਨ ਨਹੀਂ ਹੈ ਸਾਡਾ ਇਹਦੀ ਤਿਆਰੀ ਹੋਣ ਚ, ਪਰ ਇੰਨੇ ਚ ਤਾਕਤ ਦੇਖੋ, ਬਖਸ਼ਿਸ਼ ਦੇਖੋ। 10 ਗੁਰੂਆਂ ਦਾ ਜੀਵਨ 240 ਸਾਲ, ਕਿਉਂਕਿ ਦੇਖਿਆ ਜਾਵੇ ਤਾਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਛੋਟੀ ਆਯੂ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ 72 ਸਾਲ ਤੋਂ ਉੱਪਰ ਟੱਪ ਗਈ ਆਯੂ, ਗੁਰਗੱਦੀ ਦੇ ਜਦੋਂ ਵਾਰਸ ਹੋਏ ਤਾਂ ਭੀਖਨ ਸ਼ਾਹ ਨੇ ਜਦੋਂ ਬੇਨਤੀ ਕੀਤੀ ਕਿ ਪਾਤਸ਼ਾਹ ਇਹ ਦੁੱਧ ਤੇ ਉਹ ਆਪ ਜੀ ਦੇ ਮੈਂ ਦਰਸ਼ਨਾਂ ਦਾ ਅਭਿਲਾਸ਼ੀ ਰਹਾਂਗਾ, ਤੇ ਆਖਿਆ ਸਾਡਾ ਸਰੂਪ 6ਵੇਂ ਪਾਤਸ਼ਾਹ, 6ਵੇਂ ਗੁਰੂ ਦੇ ਦਰਸ਼ਨ, ਸਾਡਾ 6ਵਾਂ ਜਾਮਾ ਹੋਏਗਾ, ਦਰਸ਼ਨ ਦੇਾਂਗੇ ਆਪ। ਅਣਥੱਕ ਸੇਵਾ, ਤਪ ਕੀਤਾ, ਫਿਰ ਜਿਹੜਾ ਮਨ 'ਚ ਹੰਕਾਰ ਟੁੱਟ ਗਿਆ, ਸਰੀਰ ਤਿਆਗ ਵੀ ਨਹੀਂ ਸਕਦੇ ਸੀ, ਰਿੱਧੀਆਂ ਸਿੱਧੀਆਂ ਦੇ ਮਾਲਕ ਤੇ ਸੀ, ਪਰ ਜਦੋਂ ਪੂਰਨ ਗੁਰੂ ਨਾਲ ਮਿਲਾਪ ਹੋਇਆ ਸਮਝ ਪੈ ਗਈ ਕਿ ਜੀਵਨ ਕਿਸ ਵਾਸਤੇ ਹੈ। ਇਹ ਤਾਕਤ ਜਿਹੜੀ ਜਿਹਨੂੰ ਮੈਂ ਸਮਝ ਰਿਹਾ ਸਭ ਕੁਝ ਹੈ ਸੰਸਾਰ ਦਾ, ਇਹ ਤਾਂ ਕੁਝ ਵੀ ਨਹੀਂ ਹੈ। ਤਾਂ 6ਵੇਂ ਜਾਮੇ 'ਚ
ਜਦੋਂ ਭਾਈ ਗੁਰਦਿੱਤਾ ਜੀ ਨਾਲ ਆਪਣੇ ਸੁਪੁੱਤਰ ਨਾਲ ਸ਼ਿਕਾਰ ਕਰਦੇ ਖੇਡਦੇ ਆ ਰਹੇ ਨੇ ਕੀ ਦੇਖਿਆ, ਤਬੇਲੇ ਲੱਗੇ ਹੋਏ ਨੇ, ਸਰਾਂ ਬਣੀ ਹੋਈ ਹੈ, ਸਰਾਂ ਬਣੀ ਹੋਈ ਹੈ। ਤੇ ਸਾਧੂ, ਇੱਕ ਸਾਧੂ ਜਿਹਦੀਆਂ ਪਲਕਾਂ, ਦਾੜਾ ਚਿੱਟਾ, ਪਲਕਾਂ ਇਤਨੀਆਂ ਥੱਲੇ ਡਿੱਗੀਆਂ ਕਿ ਚੁੱਕ ਕੇ ਦੇਖਣਾ ਪੈਂਦਾ ਸੀ। ਬਿਰਧ ਅਵਸਥਾ ਚ ਆ ਗਏ, ਉਮਰ ਦਾ ਤਕਾਜ਼ਾ ਕਾਫੀ ਹੋ ਗਿਆ। ਕਿਸੇ ਗ੍ਰੰਥ 'ਚ ਕੁਝ ਲਿਖਿਆ, ਕਿਸੇ ਸਾਖੀ 'ਚ ਕੁਝ ਲਿਖਿਆ। ਕਹਿੰਦੇ ਨੇ ਪਲਕਾਂ 'ਚ ਦੀਮਕ ਨੇ ਘਰ ਬਣਾ ਲਿਆ ਸੀ। ਬਹੁਤ ਜ਼ਿਆਦਾ ਬਿਰਧ ਅਵਸਥਾ ਹੋ ਗਈ ਸੀ। ਤੇ ਜਦੋਂ 6ਵੇਂ ਪਾਤਸ਼ਾਹ ਸੰਗਤਾਂ ਦੇ ਨਾਲ, ਟਹਿਲਕਾਰਾਂ ਦੇ ਨਾਲ ਸ਼ਿਕਾਰ ਕਰਦੇ ਆ ਰਹੇ ਨੇ ਤੇ ਬਾਬਾ ਗੁਰਦਿੱਤਾ ਜੀ ਪਹਿਲਾਂ ਪਹੁੰਚ ਗਏ। ਆਖਿਆ ਇੱਥੇ ਜਾ ਕੇ ਦੇਖੋ, ਗੁਰੂ ਨਾਨਕ ਸਾਹਿਬ ਨੇ ਇੱਥੇ ਵਚਨ ਕੀਤਾ ਸੀ, ਸਾਡੇ ਦਰਸ਼ਨਾਂ ਵਾਸਤੇ ਬੜੀ ਉਡੀਕ ਹੋ ਰਹੀ ਹੈ ਬੜੇ ਚਿਰਾਂ ਤੋਂ। ਤਾਂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਜਾ ਕੇ ਨਮਸਤਕ ਹੋਏ, ਗੁਰੂ ਸਾਹਿਬ ਨੂੰ ਦੇਖਿਆ, ਆਖਿਆ ਗੁਰੂ ਨਾਨਕ ਦੀ 6ਵੀਂ ਜੋਤ ਭਾਈ ਗੁਰਦਿੱਤਾ ਜੀ ਨੇ ਕਿਹਾ, ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇਹ ਗੱਦੀ ਤੇ ਬਿਰਾਜਮਾਨ ਨੇ, ਇਹ ਆਏ ਨੇ। ਤਾਂ ਸਾਧ ਸੰਗਤ ਜੀ ਹੱਥ ਜੁੜ ਗਏ, ਖੜਿਆ ਨਾ ਹੋ ਜਾਏ, ਹੋ ਨਹੀਂ ਪਾ ਰਹੇ ਸੀ ਖੜਿਆ। ਤਾਂ ਭਾਈ ਗੁਰਦਿੱਤਾ ਜੀ ਨੇ ਸਹਾਰਾ ਦੇ ਕੇ ਖੜੇ ਕੀਤਾ ਉਹਨਾਂ ਨੂੰ ਤੇ ਆਖਿਆ, ਭੀਖਨ ਜੀ ਨੇ ਆਖਿਆ, ਉਸੇ ਸਰੂਪ ਵਿੱਚ ਪਹਿਲੇ ਜਾਮੇ 'ਚ ਮੈਨੂੰ ਦਰਸ਼ਨ ਦਿਓ, ਮੇਰੇ ਮਨ ਦੀ ਤਾਂਘ ਹੈ, ਮੇਰੀ ਇੱਛਾ ਪੂਰੀ ਕਰੋ। ਤੇ ਆਖਿਆ ਭਾਈ ਗੁਰਦਿੱਤਾ ਜੀ ਨੂੰ, ਚਸ਼ਮੇ ਤੋਂ ਇਸ਼ਨਾਨ ਕਰਕੇ ਆਓ, ਦਰਸ਼ਨ ਦਿਓ। ਇਸ਼ਨਾਨ ਕਰਕੇ ਆਏ, ਸੇਮ ਹੂਬਹੂ ਗੁਰੂ ਨਾਨਕ ਦਾ ਰੂਪ ਦਰਸ਼ਨ ਦਿੱਤੇ। ਤੇ ਦੁੱਧ ਛੰਨਾ ਰੱਖਿਆ ਅੱਗੇ ਕਿ ਪਾਤਸ਼ਾਹ ਸਵੀਕਾਰ ਕਰੋ, ਜਨਮ ਤੇ ਮਰਨ ਦੋਵੇਂ ਕੱਟੇ ਜਾਣ। ਘੋੜੇ ਦੀ ਰਕਾਬ ਫੜਦਿਆਂ ਹੀ ਉੱਥੇ ਹੀ ਸਵਾਸ ਪੂਰੇ ਹੋ ਗਏ। ਇਹ ਗੁਰਦਿੱਤਾ, ਬਾਬਾ ਗੁਰਦਿੱਤਾ ਜੀ ਨੇ, ਭਾਈ ਗੁਰਦਿੱਤਾ ਜੀ ਨੇ ਸੰਸਕਾਰ ਕੀਤਾ। ਉੱਥੇ ਗੁਰਦੁਆਰਾ ਵੀ ਬਣਿਆ, ਇੱਕ ਪਾਸੇ ਮਸੀਤ ਬਣੀ ਹੈ ਉਹਨਾਂ ਦੀ, ਇੱਕ ਬੰਨੇ ਗੁਰਦੁਆਰਾ ਬਣਿਆ ਹੋਇਆ। ਇਹ ਹੈ ਪੂਰਨ ਸਿੱਖਾਂ ਦਾ, ਪੂਰਨ ਗੁਰੂ ਦਾ ਇਹ ਭਰੋਸਾ। ਐਸੀ ਮੰਗ ਗੋਬਿੰਦ ਤੇ, ਐਸੀ ਮੰਗ ਗੋਬਿੰਦ ਤੇ, ਮੰਗ ਗੋਬਿੰਦ ਤੇ, ਵੈਦੋ ਨਵਾਈ ਪੈਣੋ ਨਾ ਪਾਈ, ਵੈਦੋ ਨਵਾਈ ਪੈਣੋ ਨਾ ਪਾਈ, ਏਕੋ ਸਹਾਈ ਰਾਮ ਹੈ, ਏਕੋ ਸਹਾਈ ਰਾਮ ਹੈ। ਨਾ ਕੋਈ ਵੈਦ, ਨਾ ਕੋਈ ਦਵਾਈ, ਨਾ ਕੋਈ ਭੈਣ, ਨਾ ਕੋਈ ਭਰਾ, ਕੋਈ ਨਹੀਂ ਸਹਾਈ, ਏਕੋ ਰਾਮ। ਮਨ ਮੇ ਰਾਮ ਨਾਮਾ ਜਾਪ, ਉਹ ਰਾਮ ਜਿਹੜਾ ਸਭਨਾਂ ਦੀ ਸਾਰ ਲੈ ਰਿਹਾ, ਉਸ ਰਾਮ ਉਹੀ ਸਹਾਈ ਹੈ। ਜਦੋਂ ਗੁਰੂ ਨਾਨਕ ਸਾਹਿਬ ਨੂੰ ਜਨੇਊ ਦੀ ਰਸਮ ਅਦਾ ਕਰਨੀ ਸੀ ਤਾਂ ਪੁੱਛਿਆ ਵੀ ਇਹ ਜਨੇਊ ਧਾਗਾ ਤੁਸੀਂ ਪਾ ਲਓ, ਇਹ ਸਾਡੀ ਕੁੱਲ ਜਾਤੀ ਦਾ ਨਿਸ਼ਾਨ ਹੈ, ਉੱਚੀ ਕੁੱਲ ਦਾ ਅਭਿਮਾਨ ਹੈ। ਤਾਂ ਗੁਰੂ ਨਾਨਕ ਸਾਹਿਬ ਨੇ ਪਾਉਣ ਤੋਂ ਇਨਕਾਰ ਕਰ ਦਿੱਤਾ ਤੇ ਆਖਿਆ ਪੰਡਤ ਨੂੰ, ਉਸ ਨੂੰ ਵੀ ਉਹ ਵਾਲਾ ਧਾਗਾ ਦਿਓ ਜਿਹੜਾ ਮੈਂ ਪਾਵਾਂ ਤੇ ਸਦਾ ਉਤਰੇ ਨਾ।
ਤੇ ਫਿਰ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਤੁਸੀਂ ਦੱਸੋ। ਪਿਆਸਾ ਜੀ ਦੀ ਵਾਰ ਚ ਲਿਖਿਆ ਦਇਆ ਕਪਾ ਸੰਤੋਖ ਸੁਖ ਜਤ ਗੰਢੀ ਸਤ ਵਟ। ਇਹ ਜਨਾਉ ਜੀਏਗਾ ਹਾਈ ਤਾਂ ਪਾਂਡੇ ਕਰ, ਜੇ ਹੈ ਤੇ ਮੈਨੂੰ ਦੇ। ਸਤ ਦਾ, ਸੰਤੋਖ ਦਾ, ਦਇਆ ਦਾ, ਨਿਮਰਤਾ ਦਾ ਇਹ ਵਾਲਾ ਜਨਾਉ ਪਵਾ ਦੇ ਜਿਹੜਾ ਕਦੀ ਮੇਰੇ ਗਲੇ ਤੋਂ ਉਤਰੇ ਨਾ। ਨਾ ਇਹ ਟੁੱਟੇ, ਨਾ ਮਲ ਲੱਗੇ, ਨਾ ਮੈਲਾ ਹੋਵੇ, ਨਾ ਟੁੱਟ ਸਕੇ। ਇਹ ਧਾਗੇ ਦਾ ਜਨਾਉ ਤਾਂ ਪਤਾ ਨਹੀਂ 2 ਘੰਟੇ ਨੂੰ 5 ਦਿਨਾਂ ਨੂੰ ਟੁੱਟ ਜਾਏਗਾ। ਨਾ ਇਹ ਜਲੇ ਨਾ ਜਾਏ। ਧਨ ਸਮਾਨ ਸਮਾਨ ਕਾ ਤਨ ਸਨਾਨ ਕਾ ਮਾਨਸਾ ਜਿਨ ਗਲ ਪੱਲੇ ਪਾਏ। ਜਿਨੇ ਇਹ ਪਾਲਿਆ ਉਹਦਾ ਲਾਹ ਨੂੰ ਇਸ ਜਨਮ 'ਚ ਕੀ ਕਈ ਜਨਮਾਂ 'ਚ ਦਿਲ ਨਹੀਂ ਕਰੇਗਾ ਕਿ ਤੁਸੀਂ ਮੈਨੂੰ ਪਵਾਓ। ਤੇ ਫਿਰ ਉਹਨਾਂ ਨੇ ਕੀ ਕਿਹਾ? ਪੰਜਵੇਂ ਪਾਤਸ਼ਾਹ ਕਹਿੰਦੇ ਨੇ ਵੈਦੋ ਨਾ ਵਾਈ ਭੈਣੋ ਨਾ ਪਾਈ ਇੱਕੋ ਰਾਮ ਸਹਾਈ ਹੈ। ਨਾ ਕੋਈ ਵੈਦ ਹੈ, ਜੇ ਵੈਦ ਦੀ ਦਵਾਈ ਵੀ ਹੈ ਤੇ ਉਸ ਅਕਾਲ ਪੁਰਖ ਕਰਕੇ ਹੈ ਜਿਹੜੇ ਸਾਨੂੰ ਸਵਾਦ ਦਿੱਤੇ ਹੋਏ ਨੇ। ਫਿਰ ਕੀ ਕਹਿੰਦੇ ਨੇ? ਕੀਤਾ ਜਿਸੋ ਹੋਵੇ ਪਾਪਾ ਮਲੋ ਧੋਵੈ। ਸੋ ਸਿਮਰੋ ਪਰਦਾਨ ਹੈ, ਸੋ ਸਿਮਰੋ ਪਰਦਾਨ ਹੈ। ਬਾਣੀ ਦੀ ਵਿਚਾਰ ਸੁਣ ਕੇ, ਬਾਣੀ ਦੀ ਪੰਕਤੀ ਸੁਣ ਕੇ ਗੁਰਮੁਖ ਨੂੰ ਵਾਸੀ ਲੰਗਰ ਦੀ ਭੁੱਖ, ਪਿਆਸ ਦੀ ਭੁੱਖ, ਵਾਸ਼ਰੂਮ ਜਾਣਾ ਕਿਵੇਂ ਯਾਦ ਰਹਿ ਜਾਏ। ਕੀਤਾ ਜਿਸੋ ਹੋਵੇ ਪਾਪਾ ਮਲਤ ਹੋਵੇ ਸੋ ਸਿਮਰੋ ਪ੍ਰਧਾਨ ਹੈ। ਉਹਨੂੰ ਸਿਮਰਨਾ ਕਰੀਏ ਜਿਹਨੂੰ ਸਿਮਰ ਕੇ ਸਾਡੇ ਪਾਪ ਸੜ ਜਾਣ, ਸਾਡੀ ਬੁੱਧੀ ਭੈੜੀ ਭ੍ਰਿਸ਼ਟ ਹੋ ਜਾਏ। ਕਟ ਕਟ ਵਾਸੀ ਸਰਬ ਨਿਵਾਸੀ ਕਟ ਕਟ ਵਾਸੀ ਸਰਬ ਨਿਵਾਸੀ ਅਸਥਿਰ ਜਾ ਕਾ ਤਾਨ ਹੈ, ਅਸਥਿਰ ਜਾ ਕਾ ਤਾਨ ਹੈ, ਅਸਥਿਰ ਜਾ ਕਾ ਤਾਨ ਹੈ। ਅਸਥਿਰ ਜਾ ਕਾ ਤਾਨ ਹੈ। ਘਟ ਦਾ ਵਾਸੀ ਉਹਦਾ ਸਥਾਨ ਸਦਾ ਅਟਲ ਹੈ, ਉਹਦਾ ਕਹਿਣਾ ਕਥਨਾ ਕਰਨਾ ਸਦਾ ਅਟਲ ਹੈ। ਘਟ ਦਾ ਵਾਸੀ ਹੈ, ਘਟ ਕੇ ਅੰਤਰ ਕੀ ਜਾਣਤ। ਤੇ ਨਾਲ ਇਹ ਵੀ ਲਿਖਿਆ ਕਿ ਭਲੇ ਬੁਰੇ ਕੀ ਉਹ ਜਾਣਦਾ ਹੈ, ਪੀਰ ਪਛਾਣ ਸਭ ਦੀ ਜਾਣਦਾ ਦਿਲਾਂ ਦੀ। ਪਰ ਮਨੁੱਖ ਸਾਡੀ ਦਿੱਕਤ ਕੀ ਹੈ ਸਾਧ ਸੰਗਤ ਜੀ? ਅਸੀਂ ਪਦਾਰਥ ਛੱਡਣਾ ਨਹੀਂ ਚਾਹੁੰਦੇ, ਮਾਇਆ ਮਮਤਾ ਛੱਡਣਾ ਨਹੀਂ ਚਾਹੁੰਦੇ। ਨਾਨਕ ਨਾਮ ਤੇ ਆਈ ਗੁਰਪੂਰਾ ਮਤ ਦੇ, ਗੁਰਪੂਰਾ ਮਤ ਦੇ। ਪਾਣੇ ਜਪ ਤਪ ਸੰਜਮੋ ਪਾਣੇ ਹੀ ਕੱਢ ਲੈ, ਪਾਣੇ ਹੀ ਪਾਣੇ ਜੋਨ ਪਵਾਈ ਪਾਣੇ ਬਖਸ਼ ਕਰੇ, ਪਾਣੇ ਬਖਸ਼ ਕਰੇ। ਪਾਣੇ ਦੁਖ ਸੁਖ ਭੋਗੀਐ ਪਾਣੇ ਕਰਮ ਕਰੇ, ਪਾਣੇ ਕਰਮ ਕਰੇ। ਪਾਣੇ ਮਿੱਟੀ ਸਾਜ ਕੈ। ਦੇਖੋ ਜੀ
ਗੁਰੂ ਸਾਹਿਬ ਕਹਿ ਰਹੇ ਨੇ ਭਾਣੇ 'ਚ ਸਭ ਕੁਝ ਹੈ ਤੇ ਭਾਣੇ 'ਚ ਮਿੱਟੀ ਸਾਜੀ ਹੈ। अंदर ज्योत तरे इस काया अंदर सब कुछ बसे खंड मंडल पाताला। ये काया दे विच सब कुछ है पर ज्योत ओदी है। भाणे मिट्टी साज के अंदर ज्योत तरे। बाणी सानू ये उपदेश दे रही है भी असीं मिट्टी हाँ, साडा शरीर मिट्टी है पर बंदे ने अपनी सोच नूं सोना ते हीरा बनाया होया कि मेरी सोच इन्नी पदार्थों में जफे पाने वास्ते उच्चियां छलांगा लगा रहा मन। आने मिट्टी साज के पाणे मिट्टी साज के मिट्टी मुसलमान की साज के भाणे मिट्टी साज के भाणे जोत तरे पाणे जोत तरे। जदों राम राय नूं गुरु हर राय पातशाह जी ने दिल्ली भेजिया तां यही गल होई सी बई तुहाडी बाणी दे विच जिहड़ी तुसीं बाणी नूं सिरजना कीती है पंजवें पातशाह ने मुसलमानां बारे की लिखिया होया ते हिंदुआं बारे की लिखिया होया ते राम राय नूं रिद्धियां सिद्धियां दा मालक भी कहा गया ते रिद्ध सिद्ध आप जी नूं पता ही है शॉर्ट पीरियड सुख हैगा पर कुछ दिनां दा। जो पूछया औरंगजेब ने दिल्ली बुलाया तो पूछया उन्होंने बड़िया सहूलतां दित्तियां मजनू टिल्ला ठहराया उन्होंने बड़िया करामातां कहंदे 72 करामातां इतिहास कहंदा दिखाइयां जो कि गुरु हर राय पातशाह उन्होंने पिता ने कह के भेजा सी कि बेटा करामात कहर का नाम है जो कुछ पाने दुख सुख कहते ने भाणे दुख सुख भोगी है भाणे कर्म करे जेडे कर्म ने जेडे असी अज जिहदा कीता पा रहे हैं जां करन जा रहे हैं अगे ये जेड़ा पिछड़ा साडा कीता होया अगे आ रहा क्योंकि वो भाणे च है सब कुछ उस भाणे च है। तो राम राय जी ने जिहड़ियां करामातां दिखाइयां ते काजियां ने क्या सानू ये लिखिया है विच कि मिट्टी मुसलमान दी पेड़े पई कमियार। पर इत्थे आपां गल तां इह करनी सी भी जिहड़ी जिथे तुसीं दफना रहे हो असीं संस्कार कर रहे हैं ते कोई धर्म ऐसा भी है हिंदू भी ने जिहड़े जल प्रवाह करते हैं कहते मिट्टी मुसलमान की उही मिट्टी कुछ साल बाद तुसीं उत्थे भांडे बनाते हो पेड़े पई कमियार घमियार दे हथ आ गई उही बन के सिख के घर जन्म हो गया हिंदू के घर जन्म हो गया इट्टां बन गई उसी घर च लग गई पेड़े पई कमियार। तो उन्होंने कह छड्डिया सी नहीं ये गल कहने की बजाय कि मिट्टी बेईमान की पेड़े पई कमियार। तो गुरु साहब ने जो वापस आना सी तो सिखा ने जाके रोष प्रगट किया। पातशाह बाबा राम राय बड़ा सत्कार देंदे सी वड्डा पुत्र सी भी ए भाणा वरत्या
ਤੇ ਜਦੋਂ ਕੀਰਤਪੁਰ ਸਾਹਿਬ ਆ ਕੇ ਤੰਬੂ ਲਾਏ, ਮੱਥਾ ਟੇਕਿਆ ਛੇਵੇਂ ਪਾਤਸ਼ਾਹ ਜੀ ਦੇ ਗੁਰਦੁਆਰੇ, ਤਾਂ ਗੁਰੂ ਸਾਹਿਬ ਨੇ ਹਰ ਰਾਏ ਪਾਤਸ਼ਾਹ ਜੀ ਨੇ ਸੁਨੇਹਾ ਭੇਜਤਾ ਪੱਤਰ ਵੀ ਜਿੱਧਰ ਨੂੰ ਮੂੰਹ ਹੈ ਉਧਰ ਨੂੰ ਚਲੀ ਜਾਏ, ਸਾਡੇ ਦਰਸ਼ਨ ਨਹੀਂ ਕਰਨੇ, ਸਾਡਾ ਪੁੱਤਰ ਨਹੀਂ ਹੈ। ਦਿੱਤਕਾਰ ਦਿੱਤਾ। ਗੁਰੂ ਦੀ ਬਾਣੀ ਵਿੱਚ ਖਿਆਨਤ, ਗੁਰੂ ਦੀ ਬਾਣੀ ਨੂੰ ਗਲਤ ਢੰਗ ਨਾਲ ਪੇਸ਼ ਕੀਤਾ। ਕੀ ਕਹਿੰਦੇ ਨੇ ਗੁਰੂ ਸਾਹਿਬ? ਪਾਣੇ ਭੋਗ ਪੁਗਾਏਂਦਾ, ਪਾਣੇ ਮਨ ਕਰੇ, ਪਾਣੇ ਮਨ ਕਰੇ, ਪਾਣੇ ਨਰਕ ਸੁਰਗ ਅਵਤਾਰ, ਪਾਣੇ ਨਰਕ ਸੁਰਗ ਅਵਤਾਰ, ਪਾਣੇ ਤਰਨ ਪਰੇ, ਪਾਣੇ ਤਰਨ ਪਰੇ, ਪਾਣੇ ਜਿਸ ਭਗਤੀ ਲਾਏ, ਪਾਣੇ ਹੀ ਜਿਸ ਭਗਤੀ ਲਾਏ, ਪਾਣੇ ਜਿਸ ਭਗਤੀ ਲਾਏ, ਪਾਣੇ ਹੀ ਜਿਸ ਭਗਤੀ ਲਾਏ, ਪਾਣੇ ਜਿਸ ਭਗਤੀ ਲਾਏ, ਪਾਣੇ ਹੀ ਜਿਸ ਭਗਤੀ ਲਾਏ, ਪਾਣੇ ਜਿਸ ਭਗਤੀ ਲਾਏ, ਨਾਨਕ ਵਿਰਲੇ, ਵਾਹ ਜੀ ਵਾਹ, ਨਾਨਕ ਵਿਰਲੇ, ਨਾਨਕ ਵਿਰਲੇ, ਨਾਨਕ ਵਿਰਲੇ। ਕੀ ਕਹਿੰਦੇ ਨੇ? ਭਾਣੇ 'ਚ ਸਭ ਕੁਝ ਹੋ ਰਿਹਾ, ਵੇਖੋ ਭਾਣੇ 'ਚ ਕਿੰਨੀਆਂ ਪੰਕਤੀਆਂ ਨੇ, ਪਰ ਭਾਣੇ ਹੀ ਜਿਸ ਭਗਤੀ ਲਾਏ। ਨਾਲ ਇੱਕ ਗੱਲ ਹੋਰ ਕਹਿ ਦਿੱਤੀ ਹੈ ਕਿ ਨਾਨਕ ਵਿਰਲੇ ਹੈ। ਇਹ ਗੱਲ ਨੂੰ ਸਮਝਣ ਯੋਗ ਹੈ। ਅਸੀਂ ਇਹ ਕਾਰ ਕਮਾਉਣੀ ਹੈ ਇਸ ਜਨਮ ਵਿੱਚ, ਪਰ ਘੱਟ ਨੇ, ਇਹ ਜੱਗ ਵਿੱਚ ਬਹੁਤ ਘੱਟ ਨੇ, ਗਿਣਤੀ ਉਂਗਲਾਂ ਤੇ ਕੀਤੀ ਜਾ ਸਕਦੀ ਹੈ। ਪਾਣੇ ਹੀ ਜਿਸ ਭਗਤੀ ਲਾਏ, ਨਾਨਕ ਵਿਰਲੇ ਹੈ। ਤੇ ਜਿਹੜਾ ਉਸ ਪਾਣੇ ਨੂੰ ਨਹੀਂ ਮੰਨਦਾ ਉਹਦੇ ਵਾਸਤੇ ਕੀ ਹੈ, ਇਹ ਵੀ ਸੁਣੋ। ਪਾਣ ਚੱਲੇ ਆਪਣੇ, ਬਾਣੀ ਕਹਿ ਰਹੀ ਹੈ, ਇਹ ਬਾਣੀ ਤੋਂ ਬਾਹਰ ਅਸੀਂ ਜਾਣਾ ਨਹੀਂ। ਜੋ ਬਾਣੀ ਕਹਿੰਦੀ ਹੈ, ਜਿਹੜਾ ਆਪਣੇ ਮਨ ਤੇ ਚੱਲਦਾ ਉਹਨੇ ਅੱਜ ਵੀ ਠੋਕਰਾਂ ਖਾਧੀਆਂ, ਅਗਾਂਹ ਵੀ ਖਾਏਗਾ। ਸੁਣੋ। ਪਾਣ ਚੱਲੇ ਆਪਣੇ, ਬਹੁਤੀ ਲਹਿ ਸਜਾਏ, ਮੋਤੀ ਲੈ ਸਜਾਏ। ਇਹ ਨਹੀਂ ਕਹਿਣਾ ਕਿ ਗੁਰੂ ਦਾ ਹੁਕਮ ਹੈ। ਜਿਹੜਾ ਪਾਣਾ ਮੰਨਦਾ ਪੰਜ ਪਿਆਰਿਆਂ ਦਾ ਨਹੀਂ ਹੋ ਸਕਦਾ, ਸਾਧ ਸੰਗਤ ਦਾ ਨਹੀਂ ਹੋ ਸਕਦਾ, ਮਨ ਦਾ ਪਾਣਾ। ਮਨ ਕਰਕੇ ਜਿਹੜੀ ਗੱਲ ਕਰਨੀ ਤੁਸੀਂ, ਤੁਹਾਡੀ ਆਪਣੇ ਹੈ, ਸਵਾਰਥ ਅਨੁਸਾਰ ਹੈ, ਗੁਰੂ ਕਰਕੇ ਨਹੀਂ ਹੈ। ਕੀ ਕਹਿੰਦੇ ਨੇ? ਪਾਣ ਚੱਲੇ ਆਪਣੇ, ਬਹੁਤੀ ਲਹਿ ਸਜਾਏ, ਮੋਤੀ ਲੈ ਸਜਾਏ। ਨਾਨਕ ਨੌ ਨਿਤ ਪਾਈਐ। ਕਿਵੇਂ ਮਿਲਣਗੀਆਂ ਨੌ ਨਿਧੀਆਂ? ਨਾਨਕ ਨੌ ਨਿਤ ਪਾਈਐ। ਵਾਹ। ਜੇ ਚੱਲੇ ਤਿਸੈ ਰਜਾਏ, ਚੱਲੇ ਤਿਸੈ ਰਜਾਏ। ਜੇ ਚੱਲੇ ਤਿਸੈ ਰਜਾਏ, ਚੱਲੇ ਤਿਸੈ ਰਜਾਏ। ਕਿਵ ਸਚਿਆਰਾ ਵਾਹ ਜੀ ਵਾਹ। ਕੂੜੇ ਟੁੱਟੇ
ऐसी मांग गोविंद ते सारे जपो ऐसी मांग गोविंद ते ऐसी मांग गोविंद ते ऐसी मांग गोविंद ते टहल संतन की संग साधु का टहल संतन की संग साधु का हर नाम जप परम गति हर नाम जप परम गति ऐसी मांग गोविंद ते ऐसी मांग गोविंद ते ऐसी मांग गोविंद ते ऐसी मांग गोविंद ते वाह जी वाह ऐसी मांग गोबिंद ते वो मंग समझ आ जाए तो जीवन संपूर्ण हो जाए। मन के पिछे चलने वालों का बहुत बुरा हाल होता है। गुरु साहब के पुत्र नहीं मन्ने, दादू पलटू, राम राय, श्री चंद, लक्ष्मी दास, नहीं तो गद्दी के वारस होंगे, उन्होंने बाणी दर्ज होंगी। गुरु साहब अपने हथी उन्होंने करते, गुरगद्दी उन्होंने घर जाती, पर चौथी पीढ़ी च जाके मन के पिछे चलने वाले का यह हाल होता है। संगत भैड़ी मिल जाए। गुरु अमरदास पातशाह नूं कितनी कठिनाई का सामना करना पिया बिरध अवस्था च, क्योंकि पुत्रा ने संग किया सी श्री चंद लक्ष्मी दास का। गुरुआं दे पुत्रां दा संग कर लिया। इतिहास कुछ टावा टावा जिक्र है। पातशाह ने नहीं लिया उन्होंने। अगे जाके जो बाबा मोहरी जी तो मोहन जी उन्होंने गुरु घर की सेवा की बाद, पर गद्दी के वारस भी नहीं बन सके। पंजवें पातशाह निमरता दे सोमे, संतोख दे धनी, जिन्हों के दर्शन करके कई जन्मां की भुख लै जाती सी, ये दात उन्होंने के हाथ आई। पर पृथ्वी चंद ते महादेव सन्यासी बैरागी सुभाव दी सी, नहीं गल बन सकी अगे। गुरु ने बड़ा उपराला किया, बड़ा समझाने का यतन किया भी घर की दात ये मन मर्जी की दात नहीं है। माता खीवी ने इतनी अनथक सेवा उन्होंने 5 गुरुआं का साथ माणिया, संग माणिया, सेवा माणी,
5 ਗੁਰੂਆਂ ਨੂੰ। ਪਰ ਨਹੀਂ, ਕਦੀ ਨਹੀਂ ਇਹ ਮਨ 'ਚ ਜਿਤਾਇਆ ਕਿ ਇਹ ਗੁਰਗੱਦੀ ਮੇਰੇ ਪੁੱਤਰ ਨੂੰ ਮਿਲ ਜਾਏ, ਸਾਡੇ ਘਰ 'ਚ ਰਹਿ ਜਾਏ। ਆਖਰ ਬੀਬੀ ਭਾਨੀ, ਮਾਤਾ ਭਾਨੀ, ਜਿਨ੍ਹਾਂ ਨੇ ਇੰਨੀ ਸੇਵਾ ਕੀਤੀ ਤੇ ਵਰ ਲਿਆ ਗੁਰੂ ਤੋਂ ਵੀ ਇਹ ਦਾਤ ਘਰ 'ਚ ਰਹਿ ਜਾਏ, ਤੇ ਆਖਿਆ, ਗੁਰੂ ਅਮਰਦਾਸ ਜੀ ਨੇ ਆਖਿਆ, ਭਾਨੀ ਇਹ ਜੇ ਤੂੰ ਮੰਗ ਰਹੀ ਹੈ ਨਾ, ਇਹ ਮੰਗ ਚਰਖੜੀਆਂ ਤੇ ਚੜ੍ਹ ਕੇ, ਤਵੀਆਂ ਤੇ ਬਹਿ ਕੇ ਪੂਰੀ ਹੋਏਗੀ। ਦੇਗਾਂ 'ਚ ਉਬਲ ਕੇ ਆਰਿਆਂ ਨਾਲ ਚਰਾਏ ਜਾਣਗੇ। ਅੱਗੇ ਸਮਾਂ ਬਹੁਤ ਭਿਆਨਕ ਹੈ। ਤੇ ਬੀਬੀ ਭਾਨੀ ਜੀ ਨੇ ਝੋਲੀ ਅੱਗੇ ਕਰਕੇ ਇੰਨਾ ਸਿਦਕ ਤੇ ਸਬਰ, ਸਭ ਕੁਝ ਜਾਣਦੇ ਹੋਏ ਵੀ ਆਪਣੀ ਝੋਲੀ 'ਚ ਪਵਾਇਆ। ਇੱਕ ਮਾਤਾ, ਇੱਕ ਪਤਨੀ, ਇੱਕ ਦਾਦੀ, ਇੱਕ ਨਨਕਾਦੀ, ਕਿੰਨੇ ਉਹਨਾਂ ਦੇ ਨਾਂ ਖਿਤਾਬ ਨੇ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ, ਤੇਰਾ ਭਾਣਾ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਇਹ ਜਿਹੜਾ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਹੀ ਕਰ ਸਕਦੇ ਸੀ, ਕਿਉਂਕਿ ਇਹ ਧੁਰ ਲੇਖ ਪਿੱਛੋਂ ਲਿਖੇ ਆ ਰਹੇ ਨੇ। ਇਹ ਕਿਸੇ ਦੀ ਜੱਦੀ ਜਾਇਦਾਦ ਨਹੀਂ ਹੈ। ਇਹ ਜਿਹਦੇ ਤੇ ਉਹ ਕਿਰਪਾ ਕਰੇ ਉਹਨੂੰ ਹੀ ਸਮਝ ਪੈਂਦੀ, ਬਖਸ਼ਿਸ਼ ਪੈਂਦੀ ਹੈ। ਕਿਉਂਕਿ ਬਾਣੀ ਕਹਿੰਦੇ ਨੇ, ਭਾਣੇ ਹੀ ਜਿਸ ਭਗਤੀ ਲਾਏ, ਨਾਨਕ ਵਿਰਲੇ ਹੈ। ਇੱਥੇ ਵਿਰਲੇ ਦੀ ਗੱਲ ਹੋਈ ਹੈ, ਪਰ ਇਹਦੇ 'ਚ ਮਨ ਮਟਾਵ ਵਾਲੀ ਵੀ ਕੋਈ ਗੱਲ ਨਹੀਂ ਹੈ ਸਾਧ ਸੰਗਤ ਜੀ। ਕਿ ਉਹਨੇ ਪਤਾ ਨਹੀਂ ਕਿਹੜੇ ਰਸਤੇ 'ਚ, ਕਿਹੜੀ ਜਗ੍ਹਾ ਤੇ, ਕਿੱਥੇ ਕੈਸਾ ਇਮਤਿਹਾਨ ਲੈ ਲੈਣਾ। ਪੂਰਨ ਹੋਇਆ ਵੀ ਕਈ ਵਾਰੀ ਡੋਲ ਜਾਂਦਾ। ਘਰ ਦੇ ਵਿੱਚ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਆਪਣੇ ਪੋਤਰੇ ਨੂੰ ਮੱਥਾ ਟੇਕਣਾ ਪਿਆ। ਕਿੱਡਾ ਵੱਡਾ ਇਮਤਿਹਾਨ ਸੀ, ਪਰਿਕਰਮਾ ਕਰਕੇ ਮੱਥਾ ਟੇਕਣਾ ਪਿਆ ਉਹਨਾਂ ਨੂੰ। ਆਪ 40 ਸਾਲ ਦੇ ਤੇ 507 ਸਾਲ ਦੀ ਆਯੂ ਨੂੰ ਮੱਥਾ ਟੇਕ ਰਹੇ ਨੇ, ਗੁਰੂ ਮੰਨ ਰਹੇ ਨੇ। ਹੈ ਨਾ ਸਬਰ। ਇੱਥੇ ਜਾਤ ਦੀ ਤੇ ਗੱਲ ਹੀ ਨਹੀਂ ਹੈ, ਇੱਥੇ ਪਾਤ ਦੀ ਵੀ ਗੱਲ ਨਹੀਂ ਹੈ। ਇੱਥੇ ਤੇ ਗੱਲ ਹੈ ਕਰਮ ਦੀ, ਇੱਥੇ ਤੇ ਗੱਲ ਹੈ ਬਾਣੀ ਦੀ। ਗੁਰੂ ਨੇ ਬਖਸ਼ਿਸ਼ ਕਿਹਦੇ ਤੇ ਕੀਤੀ ਹੈ, ਗੁਰੂ ਦੀ ਰਹਿਮਤ ਕਿਹਦੇ ਤੇ ਹੈ, ਗੁਰੂ ਦੀ ਨਜ਼ਰ ਸਵੱਲੀ ਕਿਹਦੇ ਤੇ ਹੈ। ਇਸ ਕਰਕੇ ਇਹ ਸਾਨੂੰ ਸਮਝ ਆ ਜਾਏ ਕਿ ਜੀਵਨ ਵੱਡੇ ਛੋਟੇ ਦਾ ਕੋਈ, ਊਚ ਨੀਚਤਾ ਦਾ ਕੋਈ ਇਹਦੇ 'ਚ ਲੈਣ ਦੇਣ ਨਹੀਂ ਹੈ। ਵਿਸਾਖੀ ਦਾ ਦਿਹਾੜਾ ਖਾਲਸੇ ਦਾ ਦਿਹਾੜਾ, ਤੇ ਖਾਲਸਾ ਇੱਕ ਸਮਾਨ ਸ਼ੁੱਧ ਬਿਰਤੀ ਵਾਲਾ, ਜਿਹੜਾ ਸਭ ਨੂੰ ਆਪਣੇ ਨਾਲ ਲੈ ਕੇ ਚੱਲੇ। ਪਰ बेटी को बेटी जाने, पर स्त्री को मात बखाने। अपनी स्त्री सोरत होई, रहतवंत गुर सिख है ओ सिंह, ਜਿਹੜਾ ਸਭ ਨੂੰ ਆਪਣੀ ਬੁੱਕਲੇ 'ਚ ਲੈ ਕੇ ਚੱਲੇ, ਸਭ ਦੀਆਂ ਨਜ਼ਰਾਂ ਨਾਲ ਆਪਣੀ ਨਜ਼ਰ ਮਿਲਾਏ, ਸਭ ਦੇ ਕੰਨਾਂ ਦੇ ਨਾਲ ਆਪਣੇ ਕੰਨ ਮਿਲਾਏ। ਸਿੱਖ ਦੀ ਪਰਿਭਾਸ਼ਾ ਐਸੀ ਹੈ। ਪਰ ਕਿਧਰੇ ਸਾਡਾ ਪੰਥ, ਕਿਧਰੇ ਅਸੀਂ ਦੱਸਣ 'ਚ ਨਾਕਾਮ ਰਹੇ। ਅਸੀਂ ਬਾਹਰਲੇ ਪਗੜੀ ਨੂੰ, ਪੀਲੀ ਪਗੜੀ ਨੂੰ, ਕਕਾਰਾਂ ਨੂੰ ਅਸੀਂ ਖਾਲਸੇ ਦਾ ਰੂਪ ਮੰਨ ਲਿਆ। ਖਾਲਸਾ ਬਾਹਰੋਂ ਤਾਂ ਹੈ ਹੀ ਨਹੀਂ। ਤੇ ਫਿਰ ਸਾਡੇ ਬਾਣੀ ਤਾਂ ਅੰਦਰ ਦੀ ਗੱਲ ਕਰ ਰਹੀ ਹੈ। ਬਾਹਰੋਂ ਮੈਲੇ ਜਿਉ ਮੈਲੇ, ਜਿਉ ਮੈਲੇ ਬਾਹਰੋਂ ਮੈਲੇ, ਬਾਹਰੋਂ ਨਿਲਬ ਤਿੰਨ ਜਨਮ ਜੂਏ ਹਾਰਿਆ। ਜਿਹੜੇ ਮੈਲੇ ਨੇ, ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਸਾਰਿਆ। ਕਹਿੰਦੇ ਵੇਦਾਂ ਮੇਂ ਨਾਮ ਉੱਤਮ ਸੋ ਸੁਣੇ ਨਹੀਂ। ਗੱਲ ਨਹੀਂ ਸੁਣ ਰਿਹਾ, ਵੇਦ ਕਹਿ ਕੀ ਰਹੇ ਨੇ ਸਾਨੂੰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਫਰਮਾ ਰਹੇ ਨੇ, ਨਹੀਂ ਸੁਣ ਰਿਹਾ। ਫਿਰੇ ਜੂੰ ਬੈਤਾਲਿਆ, ਬੈਤਾਲਿਆ ਘੁੰਮਿਆ ਹੋਇਆ ਪਾਗਲਾਂ ਦੀ ਤਰ੍ਹਾਂ, ਘੁੰਮ ਰਿਹਾ ਸੰਸਾਰ ਵਿੱਚ। ਕਦੀ ਪੁੱਤਰਾਂ ਦੀ ਖਾਤਰ, ਕਦੀ ਮਾਇਆ ਦੀ ਖਾਤਰ, ਕਦੀ ਰਿਸ਼ਤੇਦਾਰਾਂ ਦੀ ਖਾਤਰ, ਤੇ ਕਦੀ ਜ਼ਮੀਨ ਜਾਇਦਾਦ ਦੀ ਖਾਤਰ।
ਇਹ ਸਾਨੂੰ ਸਮਝ ਆ ਜਾਏ ਕਿ ਖਾਲਸਾ ਕੀ ਹੈ, ਤੇ ਖਾਲਸੇ ਦੀ ਬਿਰਤੀ ਅੱਗੇ ਸਮਝਾਵਾਂਗੇ, ਨਾਲ ਸੁਣਾਂਗੇ ਵੀ ਸਮਝਾਂਗੇ ਵੀ ਆਪ ਜੀ ਦੀ ਰਸਨਾ ਨਾਲ।